साबिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा। जित मिलय चुके सब सोग संतापे। सन्मानयोग गुरु जी की साजी हुई गुरु प्यारी संगत जी, गुरु साहिब जी ने साडे ते तरस करके सानू साध संगत बख्शी है। जिंदगी दे विच आके वाहिगुरु दे नाल प्यार करना जां संगत विच सजना आके रोज़ ही गुरु दे शब्द दी विचार सरवण करनी, ये बहुत ही उहदी किरपा दी निशानी हुंदी आ अकाल पुरख दी। ते गुरु गोबिंद सिंह जी दे जिहड़े बचन ने सिख ने रोज़ ही गुरु दी जिहड़ी कथा है जां तां ओह खुद करनी आ ते जाओ सरवण करनी आ। इन्हां ते पहरा देण दे वांग आ कि रोज़ जदों आपां गुरु जी कोल आके सजदे हां सो आओ गुरबाणी दी विचार नूं आरंभ करिए। सारियां संगतां आखो जी वाहिगुरु जी का खालसा वाहिगुरु जी की फतेह। अज दा जो हुक्मनामा साहिब है गुरु रामदास जी। गुरु रामदास जी सच्चे पातशाह जी, उन्हां दी रसना तो ये गाया होया शब्द है जो कि राग धनासरी दे अंदर 669 अंग तो आरंभ हुंदा है ते 670 अंग ते इहदी संपूर्णता हुंदी आ। इस शब्द दे अंदर गुरु प्यारिओ गुरु रामदास जी ने आख्या है सो ऐसा हर ध्याइयै मेरे जीअड़े तां सर्ब सुख पावे है मेरे मना। सो ऐसा हर ध्याइयै मेरे जीअड़े तां सर्ब सुख पावे मेरे मना। सदा ही ऐसे मालक नूं याद करना चाहिदा जिन्हों याद कीतियां बुरियां आदतां इंसान दे कलेश इंसान दी दुविधा ते अंदर खुशी हुंदी आ। ये जिहड़ियां विकार ने दूर हुंदे ने अंदर खुशी हुंदी आ। इन्हां नूं छड्डण तो बाद जो इच्छावां दी पूर्ति करदा है इच्छा पूरक सर्ब सुख दाता हर जाकै वस है काम तेना। जिहड़ा कि इच्छा दी पूर्ति करन वाला दाता है
ਜਿਹੜਾ ਸਾਡੇ ਲਈ ਕਾਮਧੇਨ ਗਊ ਜਿਹਨੂੰ ਕਹੀ ਜਾਂਦੀ ਆ, ਜੋ ਇੱਛਾ ਪੂਰੀ ਕਰਦੀ ਆ ਕਾਮਨਾ, ਉਹ ਵੀ ਉਹਦੇ ਵੱਸ 'ਚ ਆ, ਉਹ ਵੀ ਉਹਦੇ ਅਧੀਨ ਆ। ਤਾਂ ਕਿਉਂ ਨਾ ਫਿਰ ਆਪਾਂ ਐਸੇ ਮਾਲਕ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਸਵਾਰੀਏ, ਉਹਨੂੰ ਸੋਹਣਾ ਬਣਾਈਏ, ਅੰਦਰੋਂ ਸੋਹਣੇ ਹੋਣ ਦਾ ਯਤਨ ਕਰੀਏ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹੇ ਮੇਰੇ ਮਨ ਜਿਹੜਾ ਸੱਚਾ ਨਾਮ ਆ ਸਦਾ ਹੀ ਜਪਣਾ ਚਾਹੀਦਾ। ਜਿਹੜਾ ਸੱਚਾ ਨਾਮ ਆ ਉਹ ਸਦਾ ਹੀ ਜਪਣਾ ਚਾਹੀਦਾ। ਸੱਚ ਕੀ ਹੁੰਦਾ, ਝੂਠ ਕੀ ਹੁੰਦਾ, ਆਓ ਆਪਾਂ ਪਹਿਲਾਂ ਇਹਦੇ ਬਾਰੇ ਸਮਝਦੇ ਹਾਂ। ਜਿਹੜੀ ਕੋਈ ਵੀ ਚੀਜ਼ ਸੱਚ ਹੁੰਦੀ ਆ, ਉਹਨੂੰ ਆਪਾਂ ਜਿੰਨਾ ਮਰਜ਼ੀ ਬਦਲੀਏ, ਜਿਹੜੇ ਮਰਜ਼ੀ ਤਰੀਕੇ ਨਾਲ ਕਹਿ ਦਈਏ, ਪਰ ਉਹ ਸੱਚ ਹੀ ਹੁੰਦੀ ਆ। ਝੂਠ ਜਿਹੜਾ ਹੁੰਦਾ ਉਹਨੂੰ ਯਾਦ ਰੱਖਣਾ ਪੈਂਦਾ, ਸੱਚ ਨੂੰ ਯਾਦ ਰੱਖਣ ਦੀ ਵੀ ਲੋੜ ਨਹੀਂ ਹੁੰਦੀ, ਕਿਉਂਕਿ ਸੱਚ ਸੱਚ ਹੈ। ਸੱਚ ਬੋਲ ਕੇ ਯਾਦ ਰੱਖਣ ਦੀ ਲੋੜ ਨਹੀਂ, ਝੂਠ ਬੋਲ ਕੇ ਯਾਦ ਰੱਖਣਾ ਤੁਹਾਨੂੰ ਪੈਂਦਾ ਕਿ ਮੈਂ ਫਲਾਣੇ ਸਮੇਂ ਕਿਹੜੀ ਗੱਲ ਕਹੀ ਸੀ। ਸੱਚ ਜਦੋਂ ਕਿ ਉਹ ਹੈ ਹੀ, ਤੁਹਾਨੂੰ ਬੋਲ ਕੇ ਯਾਦ ਰੱਖਣ ਦੀ ਵੀ ਲੋੜ ਨਹੀਂ ਕੋਈ। ਝੂਠ ਐਸੀ ਚੀਜ਼ ਆ ਤੇ ਉਹਨੂੰ ਬਹੁਤ ਜ਼ਿਆਦਾ ਟਿਕਾਉਣ ਲਈ, ਇੱਕ ਝੂਠ ਨੂੰ ਲੁਕਾਉਣ ਲਈ ਦੂਜਾ ਝੂਠ, ਫਿਰ ਤੀਜਾ, ਫਿਰ ਹੋਰ ਹੋਰ ਹੋਰ, ਇੱਦਾਂ ਦੇ ਝੂਠ ਵੀ ਬੋਲਣੇ ਪੈ ਜਾਂਦੇ ਆ ਕਈ ਵਾਰ। ਪਰ ਸੱਚ ਜਿਹੜਾ ਹੈ ਉਹ ਹੈ, ਭਾਵੇਂ ਤੁਸੀਂ ਉਹਨੂੰ ਮੰਨੋ ਜਾਂ ਨਾ ਮੰਨੋ। ਤਾਂ ਇੱਦਾਂ ਹੀ ਵਾਹਿਗੁਰੂ ਹੈ, ਉਹਦਾ ਨਾਮ ਆ, ਕੋਈ ਉਹਨੂੰ ਮੰਨੇ ਕੋਈ ਨਾ ਮੰਨੇ, ਉਹ ਹੈ। ਅਸੀਂ ਕਿਸੇ ਨੂੰ ਜਾਣਦੇ ਨਹੀਂ, ਪਰ ਉਹ ਦੁਨੀਆ ਵਿੱਚ ਰਹਿ ਰਿਹਾ। ਸਾਡੇ ਨਾ ਮੰਨਣ ਦੇ ਨਾਲ, ਨਾ ਜਾਣਨ ਦੇ ਨਾਲ ਇਹ ਨਹੀਂ ਕਿ ਉਹ ਖਤਮ ਹੋ ਗਿਆ ਜਾਂ ਉਹ ਨਹੀਂ ਆ, ਉਹ ਹੈ। ਬਸ ਇੰਨਾ ਕੀ ਆ, ਮੈਂ ਉਹਨੂੰ ਨਹੀਂ ਮੰਨਦਾ। ਤਾਂ ਸੱਚ ਵੀ ਇਹੋ ਜਿਹੀ ਚੀਜ਼ ਆ, ਤੁਸੀਂ ਇਹਨੂੰ ਦਰਵਾਜ਼ੇ ਰਾਹੀਂ ਬਾਹਰ ਕੱਢਦੇ ਹੋ, ਮਨਕੁਰ ਹੁੰਨੇ ਹੋ ਇਹਦੇ ਤੋਂ, ਚਲਾ ਜਾ, ਇਹ ਬਾਰੀ ਰਾਹੀਂ ਅੰਦਰ ਆ ਜਾਏਗਾ। ਬਾਰੀ ਰਾਹੀਂ ਕੱਢ ਦੋਗੇ ਬਾਹਰ, ਇਹ ਝੀਠਾਂ ਰਾਹੀਂ ਅੰਦਰ ਆ ਜਾਏਗਾ। ਸੱਚ ਇੱਕ ਇਹੋ ਜਿਹੀ ਦਾਤ ਆ ਪ੍ਰਮਾਤਮਾ ਦੀ, ਇਹ ਸਦਾ ਹੀ ਸਦੀਵੀ ਆ, ਇਹਨੂੰ ਕੋਈ ਮੁਨਕਰ ਨਹੀਂ ਹੋ ਸਕਦਾ। ਤਾਂ ਦੁਨੀਆ ਦਾ ਸਭ ਤੋਂ ਵੱਡਾ ਸੱਚ, ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਪੁੱਛਦੇ ਆ, ਉਹ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਹੋਏ। ਅਸੀਂ ਕੁਝ ਸਮੇਂ ਲਈ ਇੱਥੇ ਆਏ ਹਾਂ। ਸਾਡੇ ਦਾਦੇ ਪੜਦਾਦੇ, ਅੱਗੇ ਉਹਨਾਂ ਦੇ ਦਾਦੇ ਪੜਦਾਦੇ, ਕੁਝ ਕੁ ਪੀੜ੍ਹੀਆਂ ਦਾ ਸਾਨੂੰ ਪਤਾ, ਸਾਰੀਆਂ ਪੀੜ੍ਹੀਆਂ ਬਾਰੇ ਅਸੀਂ ਵੀ ਨਹੀਂ ਜਾਣਦੇ, ਸਾਨੂੰ ਇੰਨੀ ਸਮਝ ਨਹੀਂ ਕਿ ਸਾਡੇ ਤੋਂ ਪਹਿਲਾਂ, ਉਹਨਾਂ ਤੋਂ ਪਹਿਲਾਂ, ਉਹਨਾਂ ਦੇ ਪੜਦਾਦੇ, ਸਦੀਆਂ ਪਹਿਲਾਂ ਕੌਣ ਹੋਇਆ ਸੀ, ਸਾਨੂੰ ਪਤਾ ਨਹੀਂ। ਇਨਸਾਨ ਦੀ ਬਸ ਇੰਨੀ ਕੀ ਹੀ ਇਸ ਦੁਨੀਆ ਤੇ ਆ ਕੇ ਕੀਮਤ ਆ। ਜਿਤਨਾ ਸਮਾਂ ਉਹ ਹੈ, ਜਿਤਨਾ ਸਮਾਂ ਉਹ ਹੈ, ਉਤਨਾ ਸਮਾਂ ਉਹ ਹੈ। ਪਰ ਜਦੋਂ ਦੁਨੀਆ ਤੋਂ ਚਲਿਆ ਗਿਆ, ਬਾਅਦ ਵਿੱਚ ਉਹਦਾ ਨਿਸ਼ਾਨ, ਉਹਦੇ ਚਿੰਨ੍ਹ ਮਿਟ ਜਾਂਦੇ ਨੇ। ਪਰਮਾਤਮਾ ਉਦੋਂ ਵੀ ਆ ਜਦੋਂ ਸਾਡਾ ਜਨਮ ਨਹੀਂ ਹੋਇਆ ਸੀ। ਅੱਜ ਸਾਡਾ ਜਨਮ ਹੋ ਗਿਆ, ਅਸੀਂ ਬੈਠੇ ਹਾਂ ਧਰਤੀ 'ਤੇ ਆ ਕੇ। ਅੱਜ ਵੀ ਉਹ ਤਾਂ ਹੈ। ਇੱਕ ਦਿਨ ਐਸੀ ਤਰੀਕ ਆਵੇਗੀ, ਜਿਵੇਂ ਸਾਡੇ ਦਾਦੇ ਪੜਦਾਦੇ ਬਜ਼ੁਰਗ ਨਹੀਂ ਰਹੇ, ਅਸੀਂ ਵੀ ਚਲੇ ਜਾਵਾਂਗੇ, ਤਾਂ ਰੱਬ ਉਦੋਂ ਵੀ ਹੋਵੇਗਾ। ਤਾਂ ਜਿਹੜੀ ਚੀਜ਼ ਆ ਰਹੀ ਆ, ਜਾ ਰਹੀ ਆ, ਘਟ ਰਹੀ ਆ, ਮਿਟ ਰਹੀ ਆ, ਉਹ ਸੱਚ ਨਹੀਂ ਹੋ ਸਕਦੀ। ਜਿਉਂ ਸੁਪਨਾ ਰਪੇਖਣਾ,
ਐਸੇ ਜਗ ਕੋ ਜਾਣ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਕਿ ਆਪਾਂ ਸੌਂਦੇ ਹਾਂ, ਨੀਂਦ ਜਦੋਂ ਆਉਂਦੀ ਆ ਉਹਦੇ ਵਿੱਚ ਇੱਕ ਸੁਪਨਾ ਹੁੰਦਾ। ਸੁਪਨਾ ਸੱਚ ਨਹੀਂ ਹੁੰਦਾ, ਪਰ ਸੱਚ ਨਾ ਹੋ ਕੇ ਵੀ ਉਹ ਹੁੰਦਾ। ਜ਼ਿੰਦਗੀ ਵੀ, ਇਹ ਦੁਨੀਆ ਵੀ ਇਵੇਂ ਹੀ ਆ, ਹੋ ਕੇ ਵੀ ਨਹੀਂ ਹੈ, ਨਾ ਹੋ ਕੇ ਵੀ ਹੈ। ਇੱਕ ਸੁਪਨਾ ਹੈ ਰੇਤ ਦੀ ਕੰਧ ਆ, ਇਹਦੇ ਵਿੱਚ ਇਨਸਾਨ ਬਹੁਤ ਜ਼ਿਆਦਾ ਹੀ ਆਪਦੇ ਆਪ ਨੂੰ ਸੱਚ ਮੰਨ ਕੇ ਪਰਮਾਤਮਾ ਨੂੰ ਭੁਲਾ ਦਿੰਦਾ। ਜਦੋਂ ਅਸੀਂ ਰੱਬ ਨੂੰ ਸੱਚ ਕਹਿੰਦੇ ਹਾਂ ਉਦੋਂ ਅਸੀਂ ਫਿਰ ਉਹਦੇ ਨਾਲ ਜੁੜਨ ਦਾ ਵੀ ਯਤਨ ਕਰਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਸੱਚ ਕਹਿੰਦੇ ਹਾਂ, ਸੱਚ ਮੰਨ ਲੈਂਦੇ ਹਾਂ, ਉਦੋਂ ਅਸੀਂ ਕਹਿੰਦੇ ਹਾਂ ਬਾਕੀ ਸਾਰੀਆਂ ਚੀਜ਼ਾਂ ਝੂਠ ਨੇ, ਮੈਂ ਹੀ ਕੇਵਲ ਹਾਂ। ਉਦੋਂ ਹੰਕਾਰ ਆ ਜਾਏਗਾ। ਇਨਸਾਨ ਨੂੰ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਸੁਪਨੇ ਦੇ ਵਾਂਗ ਸਮਝਣਾ ਚਾਹੀਦਾ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਬਾਲੂ ਕਹਿੰਦੇ ਨੇ ਰੇਤ ਨੂੰ, ਰੇਤ ਦੀ ਬਾਲੂ ਕੀ ਭੀਤ, ਰੇਤ ਦੀ ਕੰਧ ਨੂੰ। ਸੰਸਾਰ ਇੱਦਾਂ ਹੈ ਜਿੱਦਾਂ ਇੱਕ ਰੇਤੇ ਦੀ ਕੰਧ ਬਣਾਓ ਢਹਿ ਜਾਂਦੀ ਆ, ਬਣਾਓ ਢਹਿ ਜਾਂਦੀ ਆ, ਖੜਦੀ ਨਹੀਂ। ਸੰਸਾਰ ਵਿੱਚ ਵੀ ਕੋਈ ਸਦਾ ਵਾਸਤੇ ਰੇਤਾ ਦੇ ਵਾਂਗ, ਰੇਤ ਦੀ ਕੰਧ ਵਾਂਗ ਖੜਨ ਵਾਲਾ ਨਹੀਂ, ਖੁਰਜੇਗਾ। ਇਹ ਗੁਰੂ ਤੇਗ ਬਹਾਦਰ ਜੀ ਨੇ ਕਿਹਾ। ਉਹਦਾ ਨਾਮ ਸੱਚਾ ਕਿਉਂ? ਉਹ ਆਪ ਸੱਚਾ। ਮੇਰਾ ਨਾਮ ਝੂਠਾ ਕਿਉਂਕਿ ਮੈਂ ਖੁਦ ਝੂਠਾ। ਮੇਰੀ ਹੋਂਦ ਝੂਠ ਹੋਣ ਤੋਂ ਭਾਵ ਸਦੀਵੀ ਨਹੀਂ ਮੈਂ ਹੈਗਾ। ਤੁਸੀਂ ਵੀ ਇਵੇਂ ਹੀ ਹੋ, ਅਸੀਂ ਸਾਰੇ ਇੱਦਾਂ। ਜਦੋਂ ਹੀ ਸਾਡਾ ਜਨਮ ਹੋ ਗਿਆ ਉਦੋਂ ਹੀ ਅਸੀਂ ਘਟਣੇ ਸ਼ੁਰੂ ਹੋ ਗਏ। ਜਨਮ ਛੱਡੋ, ਜਦੋਂ ਤੋਂ ਅਸੀਂ ਮਾਂ ਦੇ ਉਦਰ ਵਿੱਚ ਆਏ ਹਾਂ ਬਸ ਉਦੋਂ ਹੀ ਸਮਝ ਲਓ ਸੂਰਜ ਜ਼ਿੰਦਗੀ ਦਾ ਘਟਣਾ ਸ਼ੁਰੂ ਹੋ ਗਿਆ। ਕਿਉਂਕਿ ਜਨਮ ਲੈਣਾ ਹੀ ਉਹਦੇ ਪਿੱਛੇ ਦੂਜੇ ਪਾਸੇ ਮੌਤ ਦੀ ਮੋਹਰ ਲੱਗੀ ਹੋਈ ਆ। ਇਸ ਕਰਕੇ ਸਾਨੂੰ ਆਪਣਾ ਜਿਹੜਾ ਜੀਵਨ ਆ ਇਹ ਨਿਰਾਸ਼ਾਵਾਦੀ ਹੋ ਕੇ ਨਹੀਂ ਜਿਉਣਾ ਚਾਹੀਦਾ ਕਿ ਮੌਤ ਆਊਗੀ ਅਸੀਂ ਮਰ ਜਾਵਾਂਗੇ। ਇਹ ਨਹੀਂ, ਇਹ ਕਹਿਣਾ ਚਾਹੀਦਾ ਜੇ ਮੌਤ ਆਊਗੀ ਤਾਂ ਮੈਂ ਜ਼ਿੰਦਗੀ ਇੱਦਾਂ ਜਿਊਂਗਾ, ਮੌਤ ਆ ਕੇ ਵੀ ਆਖੇਗੀ ਇਹ ਬੰਦੇ ਨੇ ਵਾਕਿਆ ਹੀ ਜ਼ਿੰਦਗੀ ਜਿਉਈ ਆ। ਜਿਹੜਾ ਮੌਤ ਦਾ ਲਾੜਾ ਆਵੇਗਾ, ਮੂੰਹ ਦਿਖਾਵੇਗਾ, ਬਰਾਤ ਲੈ ਕੇ ਆਵੇਗਾ। ਭਗਤ ਫਰੀਦ ਜੀ ਨੂੰ ਐਵੇਂ ਕਹਿੰਦੇ ਨੇ, ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕਹਿ ਗੱਲ ਲੱਗੇ ਧਾਏ। ਬਾਲੋਂ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿਹੜੀ ਪਵੰਦੇ ਖੜਾ ਨਾ ਆਪ ਮੁਹਾਏ। ਆਪਣੇ ਆਪ ਨੂੰ ਬੰਦਿਆ ਇੱਦਾਂ ਨਾ ਲੁਟਾ, ਆਪਣੇ ਆਪ ਨੂੰ ਇੱਦਾਂ ਨਾ ਗਵਾ। ਇੱਕ ਦਿਨ ਐਸਾ ਆਵੇਗਾ, ਲਾੜਾ ਜਿਹੜਾ ਮੌਤ ਦਾ ਜਿਹੜਾ ਹੈ ਭਾਵ ਕਿ ਉਹ ਸੱਜ ਫੱਬ ਕੇ ਆਵੇਗਾ, ਤੈਨੂੰ ਆਪਣਾ ਮੂੰਹ ਦਿਖਾਵੇਗਾ। ਜਿਹਦੇ ਬਾਰੇ ਆਪਾਂ ਹੁਣ ਗੱਲਾਂ ਕਰਦੇ ਹਾਂ, ਭਗਤ ਫਰੀਦ ਜੀ ਕਹਿੰਦੇ ਜਿਹਦੇ ਬਾਰੇ ਆਪਾਂ ਕਹਿੰਦੇ ਹਾਂ ਮੌਤ ਦਾ ਫਰਿਸ਼ਤਾ, ਉਹ ਇੱਕ ਦਿਨ ਮੂੰਹ ਦਿਖਾਲੇ ਆਏ। ਉਹ ਆਪਦਾ ਕਿ ਮੂੰਹ ਵੀ ਬੰਦੇ ਨੂੰ ਦਿਖਾਉਂਦਾ, ਇਹ ਨਹੀਂ ਉਹਦੇ ਬਾਰੇ ਆਪਾਂ ਗੱਲਾਂ ਹੀ ਕਰਦੇ ਹਾਂ। ਉਹ ਇੱਕ ਦਿਨ ਆਉਂਦਾ ਵੀ ਆ, ਆਪਣਾ ਮੂੰਹ ਵੀ ਦਿਖਾਉਂਦਾ, ਜਿੰਦ ਨੂੰ ਵਿਆਹ ਕੇ ਵੀ ਲੈ ਕੇ ਜਾਂਦਾ। ਜਿਹੜੀ ਜਿੰਦ ਆ, ਜਿੰਦ ਕੀ ਆ? ਇੱਕ ਵਹੁਟੀ ਆ। ਮੌਤ ਕੀ ਆ? ਮੌਤ ਲਾੜਾ। ਉਹਨੇ ਇਹਨੂੰ ਜਿੰਦ ਨੂੰ ਵਿਆਹੁਣਾ ਹੀ ਵਿਆਹੁਣਾ ਹੈ। ਸਰੀਰ ਕੀ ਆ? ਸਰੀਰ ਪੇਕਾ ਘਰ ਆ। ਮੌਤ ਕੀ ਆ? ਮੌਤ ਲਾੜਾ ਹੈ, ਜਿੱਥੇ ਵਿਆਹ ਕੇ ਲੈ ਕੇ ਜਾਊ ਦਰਗਾਹ ਪ੍ਰਮਾਤਮਾ ਦੀ, ਉਹ ਸਹੁਰਾ ਘਰ ਆ। ਤਾਂ ਸਭ ਦਾ ਹੀ ਭਾਈ ਇੱਥੇ ਵਿਆਹ ਹੁੰਦਾ, ਸਾਰਿਆਂ ਨੇ ਸਹੁਰੇ ਘਰੇ ਜਾਣਾ। ਇਹ ਨਹੀਂ ਕਿ ਕੁੜੀਆਂ ਹੀ ਪੇਕਾ ਘਰ ਛੱਡਦੀਆਂ ਨੇ,
ਬੇਬੱਚੀਆਂ ਹੀ ਨਹੀਂ। ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ। ਸਭ ਦਾ ਹੀ ਮੁਕਲਾਵਾ ਆਵੇਗਾ। ਸਾਰਿਆਂ ਦਾ ਹੀ ਪੇਕਾ ਘਰ ਆ, ਸਾਰਿਆਂ ਦਾ ਹੀ ਸਹੁਰਾ ਘਰ ਆ। ਪੇਕਾ ਘਰ ਹੈ ਇਹ ਸਰੀਰ, ਸਹੁਰਾ ਘਰ ਹੈ ਪਰਮਾਤਮਾ ਦੀ ਦਰਗਾਹ। ਜਿੱਥੇ ਇਨਸਾਨ ਦੇ ਕੀਤੇ ਕਰਮਾਂ ਦਾ ਹਿਸਾਬ, ਜਿੱਥੇ ਇਨਸਾਨ ਦੇ ਕੀਤੇ ਕੰਮਾਂ ਦਾ ਲੇਖਾ ਹੋਵੇਗਾ, ਉਹ ਹੈ ਸਹੁਰਾ ਘਰ, ਸਰੀਰ ਆ, ਪੇਕਾ ਘਰ। ਹੁਣ ਇਹਨੂੰ ਇਉਂ ਮੰਨ ਲਿਓ, ਜਦੋਂ ਕੋਈ ਬੱਚੀ ਛੋਟੀ ਨਿਆਣੀ ਤਾਂ ਜਿਹਦਾ ਮੋਹ ਬਹੁਤ ਆ ਮਾਂ ਦੇ ਨਾਲ, ਉਹ ਮਾਂ ਨੂੰ ਕਹਿੰਦੀ ਆ ਮੈਂ ਵਿਆਹ ਨਹੀਂ ਕਰਵਾ ਸਕਦੀ, ਮੈਂ ਤੇਰੇ ਕੋਲ ਰਹਿਣਾ ਚਾਹੁੰਦੀ ਆ। ਮਾਂ ਨੂੰ ਕਹਿੰਦੀ ਆ ਦੇਖ ਇਹ ਦੁਨੀਆ ਦੀ ਰੀਤ ਆ, ਮੈਂ ਵੀ ਆਪਣਾ ਘਰ ਛੱਡ ਕੇ ਇੱਥੇ ਆਈ ਸੀ ਤੇਰੇ ਪਿਤਾ ਜੀ ਦੇ ਘਰ, ਤੈਨੂੰ ਵੀ ਜਾਣਾ ਪਵੇਗਾ। ਇਹ ਇੱਕ ਦੁਨੀਆ ਦੀ ਉਦਾਹਰਨ ਹੋ ਗਈ ਕਿ ਇੱਕ ਬੱਚੀ ਜਿਹਦਾ ਵਿਆਹ ਰੱਖਿਆ ਘਰ ਦੇ ਵਿੱਚ, ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ, ਪਰ ਉਹਦੀ ਮਾਂ ਉਹਨੂੰ ਸਮਝਾਉਂਦੀ ਆ ਕਿ ਤੈਨੂੰ ਜਾਣਾ ਪਵੇਗਾ। ਇਹ ਰੀਤ ਆ। ਪੇਕਾ ਘਰ ਪਹਿਲਾਂ ਤੋਂ ਹੀ ਕੁੜੀਆਂ ਛੱਡਦੀਆਂ ਆਈਆਂ, ਤੈਨੂੰ ਜਾਣਾ ਪਵੇਗਾ, ਹੋਣਾ ਪਵੇਗਾ ਆਪਣੇ ਸਹੁਰੇ ਘਰ ਦਾ। ਇਹ ਗੱਲ ਆਮ ਹੋ ਗਈ, ਜਿਹੜੀਆਂ ਆਮ ਆਪਾਂ ਕਰਦੇ ਹਾਂ, ਸਮਾਜਿਕ ਰੀਤੀਆਂ ਕਰਦੇ ਹਾਂ। ਹੁਣ ਅਧਿਆਤਮ ਵੱਲ ਆਈਏ। ਸਰੀਰ ਸਾਡਾ ਪੇਕਾ ਘਰ ਹੈ, ਆਤਮਾ ਜਿਹੜੀ ਆ, ਜਿੰਦ ਜਿਹੜੀ ਆ ਸਾਡੀ ਇਹ 'ਚ ਰਹਿ ਰਹੀ ਆ, ਉਹ ਆ ਇੱਕ ਕੁੜੀ, ਉਹਨੂੰ ਲਾੜੀ ਮੰਨ ਲਓ। ਗੁਰੂ ਸਾਹਿਬ ਸਾਡੀ ਮਾਂ ਨੇ, ਸਾਡੀ ਜਿੰਦ ਕਹਿ ਰਹੀ ਆ, ਅਸੀਂ ਕਹਿ ਰਹੇ ਹਾਂ ਮਾਂ ਨੂੰ, ਗੁਰੂ ਨੂੰ ਕਿ ਮੈਂ ਇਹ ਘਰ ਨਹੀਂ ਛੱਡਣਾ, ਪੇਕਾ ਘਰ ਨਹੀਂ ਛੱਡਣਾ, ਮੈਂ ਸਰੀਰ ਪੇਕਾ ਘਰ ਆ। ਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ, ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ। ਹੇ ਜਿੰਦੇ ਇੱਕ ਦਿਨ ਛੱਡ ਜਾਣਾ, ਇਹ ਜਗਤ ਮੁਸਾਫਰ ਖਾਨਾ। ਇੱਕ ਦਿਨ ਛੱਡ ਜਾਣਾ, ਇਹ ਜਗਤ ਮੁਸਾਫਰ ਖਾਨਾ। ਤੈਨੂੰ ਹੇ ਜਿੰਦੇ ਜਾਣਾ ਪਵੇਗਾ, ਸਹੁਰੇ ਘਰ ਦੇ ਵਿੱਚ ਪੇਕਾ ਘਰ ਛੱਡਣਾ ਪਵੇਗਾ। ਪੇਕੇ ਘਰ ਵਿੱਚ ਸਦਾ ਰਹਿਣਾ ਹੁੰਦਾ ਹੀ ਨਹੀਂ। ਤਾਂ ਇਹ ਸਰੀਰ ਨੂੰ ਪੇਕਾ ਘਰ ਮੰਨੋ ਤੇ ਆਪਣੀ ਜਿਹੜੀ ਜਿੱਥੇ ਦਰਗਾਹ ਲੇਖਾ ਹੋਣਾ ਉਹਨੂੰ ਸਹੁਰਾ ਘਰ ਮੰਨੋ। ਲਾੜਾ ਕੌਣ ਆ? ਲਾੜਾ ਮੌਤ ਆ। ਜਿੰਦ ਕੀ ਆ? ਜਿੰਦ ਵਹੁਟੀ ਆ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਇਸ ਕਰਕੇ ਤੈਨੂੰ ਮੌਤ ਦਾ ਲਾੜਾ ਆ ਕੇ ਵਿਆਹ ਕੇ ਲੈ ਕੇ ਜਾਵੇ, ਉਦੋਂ ਪਹਿਲਾਂ ਤੂੰ ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਆਪਦੇ ਪਿਆਰੇ ਨਾਲ ਜੁੜ। ਤੇਰਾ ਸਰੀਰ ਕਬਰ ਤੱਕ ਪਹੁੰਚੇ, ਉਦੋਂ ਪਹਿਲਾਂ ਤੇਰੀ ਰੂਹ ਰੱਬ ਤੱਕ ਪਹੁੰਚ ਜਾਵੇ। ਇਹ ਆਖਦੇ ਆ ਹਾਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਇਵੇਂ ਬੰਦੇ ਦੀ ਹਾਲਤ ਵੀ ਸੁਧਰਦੀ ਆ, ਲੋਕ ਵੀ ਸੁਧਰਦਾ, ਪਰ ਲੋਕ ਵੀ ਸਵਰਦਾ ਜਦੋਂ ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਬਸ ਜ਼ਿੰਦਗੀ ਉਸ ਬੰਦੇ ਦੀ ਸਫਲ ਹੁੰਦੀ ਆ। ਸਮਝ ਲਓ ਇਸ ਗੱਲ ਨੂੰ ਕਿ ਜਿਹੜਾ ਨਿਤ ਪਰਮਾਤਮਾ ਨੂੰ ਯਾਦ ਕਰਦਾ, ਵਿਖਾਵਾ ਨਹੀਂ ਕਰਦਾ, ਪਖੰਡ ਨਹੀਂ ਕਰਦਾ, ਬਸ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਕਿਸੇ ਨੂੰ ਦਿਖਾਵੇ ਛੱਡ ਕੇ ਉਹਦੀ ਯਾਦ ਵਿੱਚ ਜੁੜ ਜਾਂਦਾ। ਬਸ ਜਿਹਦੇ ਅੰਦਰ ਉਹਦਾ ਪਿਆਰ ਆ, ਉਹਦੀ ਜ਼ਿੰਦਗੀ ਸੋਹਣੀ ਬਣ ਜਾਂਦੀ ਆ। ਅੰਦਰੋਂ ਸੋਹਣਾ ਹੁੰਦਾ, ਬਾਹਰੋਂ ਭਾਵੇਂ ਗਰੀਬ ਆ, ਭਾਵੇਂ ਉਹ ਅਮੀਰ ਆ। ਇਹ ਗੱਲਾਂ ਇੰਨੀਆਂ ਮਾਇਨੇ ਨਹੀਂ ਰੱਖਦੀਆਂ। ਅਧਿਆਤਮ 'ਚ ਸਮਾਜ ਲਈ ਬਹੁਤ ਮਾਇਨੇ ਰੱਖਦੀਆਂ। ਸਮਾਜ ਵਿੱਚ ਕਿਸੇ ਦੀ ਚੰਗੀ ਕੋਠੀ ਆ, ਅਸੀਂ ਕਹਿੰਦੇ ਬਹੁਤ ਉਹਨੇ ਜੀਵਨ ਵਿੱਚ ਸਕਸੈਸ ਹੋ ਗਿਆ, ਉਹਨੇ ਸਫਲਤਾ ਹਾਸਲ ਕਰ ਲਈ। ਅਧਿਆਤਮ ਵਿੱਚ ਟੁੱਟੀ ਹੋਈ ਬਾਣ ਦੀ ਮੰਜੀ ਆ, ਕਬੀਰ ਸਾਹਿਬ ਉਹਦੇ ਤੇ ਬੈਠੇ ਆ। ਕੋਈ ਪੈਸਾ ਨਹੀਂ ਜ਼ਿਆਦੇ, ਕਈ ਵਾਰ ਲੂਣ ਘਰ ਵਿੱਚ ਨਹੀਂ, ਇੰਨੀ ਗਰੀਬੀ ਵੀ ਆ ਜਾਂਦੀ ਹੈ। ਕੁੱਲੀ ਹੈ ਇੱਕ ਭਗਤ ਰਵਿਦਾਸ ਜੀ ਦੀ ਛੰਨ ਆ ਇੱਕ, ਉਹ ਉੱਥੇ ਫਿਰ ਇਹ ਚੀਜ਼ਾਂ ਥੋੜ੍ਹੀਆਂ ਫਿੱਕੀਆਂ ਪੈ ਜਾਂਦੀਆਂ। ਹੈ ਇਹ ਵੀ ਜ਼ਰੂਰੀ ਆ, ਪਰ
ਇੰਨੀਆਂ ਨਹੀਂ, ਜਦੋਂ ਆਪਾਂ ਅਧਿਆਤਮਵਾਦੀ ਹੋ ਗਏ ਉਦੋਂ ਨਹੀਂ ਇਹ ਚੀਜ਼ਾਂ ਫਰਕ ਪਾਉਂਦੀਆਂ। ਤਾਂ ਗੱਲ ਇਹ ਅਸਲ ਵਿੱਚ ਤੁਹਾਨੂੰ ਜਿਹੜਾ ਸਰੀਰ ਮਿਲਿਆ ਆਪਾਂ ਨੂੰ ਸਭ ਨੂੰ, ਇਦੋਂ ਪਹਿਲਾਂ ਮੌਤ ਆ ਕੇ ਇਹਦੇ ਨਾਲ ਵਿਆਹ ਕਰਾ ਲੇ ਜਿੰਦ ਨਾਲ, ਸਾਡੀ ਇਹ ਜਿਹੜੀ ਆਤਮਾ, ਉਦੋਂ ਪਹਿਲਾਂ ਅਸੀਂ ਰੱਬ ਨਾਲ ਵਿਆਹੀ ਜਾਈਏ, ਜ਼ਿੰਦਗੀ ਫਿਰ ਸਫਲ ਹੁੰਦੀ ਆ। ਮੌਤ ਆਊਗੀ, ਸਰੀਰ ਪੇਕਾ ਘਰ ਆ, ਜਿੰਦ ਇੱਕ ਕੁੜੀ ਆ, ਮੌਤ ਆ ਕੇ ਉਹਨੂੰ ਵਿਆਹ ਕੇ ਲੈ ਜਾਵੇ, ਇਦੋਂ ਪਹਿਲਾਂ ਤੁਸੀਂ ਰੱਬ ਨਾਲ ਵਿਆਹੇ ਜਾਓ, ਆਪਦੇ ਗੁਰੂ ਨਾਲ ਤੁਹਾਡਾ ਵਿਆਹ ਹੋ ਜੇ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਸੱਚ ਜਾਣੋ, ਜਿਹੜਾ ਪੱਲੇ ਵੇਲੇ ਸ਼ਬਦ ਨਹੀਂ ਪੜਿਆ ਜਾਂਦਾ, ਲੜਕਾ ਲੜਕੀ ਦਾ ਵਿਆਹ ਹੁੰਦਾ, ਭੈਣਾਂ ਦਾ ਵੀਰਾਂ ਦਾ ਵਿਆਹ ਹੁੰਦਾ ਹੈ, ਜਦੋਂ ਸ਼ਬਦ ਪੜ੍ਹਦੇ ਨੇ ਰਾਗੀ ਸਾਹਿਬਾਨ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਮੈਨੂੰ ਦੁਨੀਆ ਦੇ ਜਿੰਨੇ ਸਾਕ ਨੇ ਕੂੜ ਲੱਗੇ, ਦੁਨੀਆ ਦੇ ਜਿੰਨੇ ਸਾਕ ਸੀ, ਸੰਬੰਧ ਸੀ, ਰਿਸ਼ਤੇਦਾਰ ਸੀ, ਮਿੱਤਰ ਸੀ, ਠੀਕ ਆ, ਉਹ ਆਪਦੀ ਜਗ੍ਹਾ ਨੇ, ਪਰ ਤੇਰੇ ਜੈਸਾ ਕੋਈ ਨਹੀਂ ਹੈਗਾ। ਵਾਹਿਗੁਰੂ ਗੁਰੂ ਨੂੰ ਕਹਿ ਰਹੇ ਆ, ਉਹ ਸ਼ਬਦ ਗੁਰੂ ਲਈ ਆ, ਰੱਬ ਲਈ ਆ ਉਹ ਸ਼ਬਦ, ਤੇ ਮੈਂ ਉਹਨਾਂ ਨੂੰ ਛੱਡ ਕੇ ਪੱਲੇ ਤੈਂਡੇ ਲਾਗੀ। ਮੈਂ ਹੁਣ ਤੇਰੇ ਨਾਲ ਸਾਂਝ ਪਾਉਣੀ ਆ, ਤੇਰੇ ਨਾਲ ਪੱਲਿਆਂ ਦੀ ਗੰਢ ਪਾਉਣੀ ਆ। ਭਗਤ ਫਰੀਦ ਜੀ ਦਾ ਇੱਕ ਬਚਨ ਆ, ਬਹੁਤ ਪਿਆਰਾ ਹੈ, ਇਹਨੂੰ ਧਿਆਨ ਦੇ ਨਾਲ ਸੁਣਨਾ। ਇੱਕ ਇਹ ਤੜਫ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ, ਇਹ ਉਹਦੇ ਮੂੰਹੋਂ ਜੱਜਦੀਆਂ ਜਿਹਦੇ ਅੰਦਰ ਤੜਫ ਆ। ਇੱਕ ਦਿਨ ਬੈਠੇ ਸੀ ਭਗਤ ਫਰੀਦ ਜੀ, ਕਹਿੰਦੇ ਮਨਾ ਜੇ ਜਾਣਾ ਲੜ ਛਿਜਣਾ, ਪੀੜੀ ਪਾਈ ਗੰਢ। ਕਿਸੇ ਨੇ ਸ਼ਾਦੀ ਤੇ ਸੱਦ ਲਿਆ ਉਹਨਾਂ ਨੂੰ। ਪੁਰਾਣੇ ਸਮਿਆਂ ਦੇ ਵਿੱਚ ਲੜਕਾ ਲੜਕੀ ਜਿਹੜੇ ਸੀ ਨਾ, ਉਹਨਾਂ ਦੇ ਪੱਲਿਆਂ 'ਚ ਗੰਢ ਪਾ ਦਿੱਤੀ ਜਾਂਦੀ ਸੀ। ਆਪਾਂ ਪੱਲਾ ਫੜਾਉਂਦੇ ਹਾਂ, ਹੁਣ ਮਰਿਆਦਾਵਾਂ ਜਿਹੜੀਆਂ ਨੇ ਥੋੜ੍ਹਾ ਫਰਕ ਪੈ ਗਿਆ, ਆਪਾਂ ਆਨੰਦ ਕਾਰਜ ਦੇ ਹਿਸਾਬ ਨਹੀਂ ਕਰਨਾ ਆਪਣੀ ਇਹ ਮਰਿਆਦਾ। ਕਿਤੇ ਕਿਤੇ ਉੱਧਰ ਲਹਿੰਦੇ ਪੰਜਾਬ ਵੱਲ ਲੜਕਾ ਲੜਕੀ ਦੋਨਾਂ ਕੋਲੇ ਹੀ ਹੁੰਦੇ ਸੀ ਪੱਲੇ, ਦੋਨਾਂ ਨੂੰ ਗੰਢ ਪਾ ਦਿੱਤੀ ਜਾਂਦੀ ਸੀ, ਉਹਦਾ ਫੜ ਕੇ ਉਹਦਾ ਫੜ ਕੇ। ਇਹ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ, ਜਿਹੜੀਆਂ ਪੁਰਾਣੀਆਂ ਫੋਟੋਆਂ ਨੇ, ਵਿਆਹ ਹੁੰਦੇ ਰਹੇ, ਉਹਨੂੰ ਵਿਵਾਹ ਕਹਿੰਦੇ ਸੀ, ਆਪਾਂ ਆਨੰਦ ਕਾਰਜ ਕਹਿੰਦੇ ਹਾਂ। ਫਰੀਦ ਜੀ ਕਹਿੰਦੇ ਜੇ ਜਾਣਾ ਲੜ ਛਿਜਣਾ, ਪੀੜੀ ਪਾਈ ਗੰਢ। ਜੇ ਮੈਨੂੰ ਪਤਾ ਹੁੰਦਾ ਮੇਰੀ ਇਹ ਗੰਢ, ਮੇਰਾ ਇਹ ਲੜ ਰੱਬ ਨਾਲੋਂ ਛਿਜ ਜਾਣਾ। ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ, ਕਈ ਵਾਰੀ ਆਪਾਂ ਘਰ ਦੇ ਕੰਮਾਂ 'ਚ ਕਿੰਨੇ ਜ਼ਿਆਦਾ ਖੁੱਭ ਜਾਂਦੇ ਹਾਂ, ਭੁੱਲ ਨਹੀਂ ਜਾਂਦਾ ਰੱਬ। ਸਭ ਨੇ ਇੱਦਾਂ ਹੁੰਦਾ, ਮੈਨੂੰ ਵੀ ਭੁੱਲ ਜਾਂਦਾ, ਤੁਹਾਨੂੰ ਵੀ। ਜਦੋਂ ਆਪਾਂ ਵਿਆਹਾਂ ਸ਼ਾਦੀਆਂ 'ਚ ਜਾਂਦੇ ਹਾਂ, ਕੁਝ ਮਿਲ ਜਾਂਦਾ ਸਾਨੂੰ, ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ। ਗੁਰਦੁਆਰੇ ਆਉਂਦੇ ਹਾਂ, ਫਿਰ ਯਾਦ ਆਉਂਦੀ ਵੀ ਰੱਬ ਹੈ, ਉਹਦੇ ਨਾਂ ਦੀ ਵੀ ਕੋਈ ਚੀਜ਼ ਆ। ਤਾਂ ਇੱਦਾਂ ਹੀ ਉਹ ਕਹਿੰਦੇ ਜੇ ਸੰਸਾਰ ਵਿੱਚ ਰਹਿੰਦੇ ਹਾਂ, ਮੇਰਾ ਪੱਲਾ ਛਿਜ ਜਾਣਾ ਸੀ ਤੇਰੇ ਨਾਲੋਂ। ਜੇ ਜਾਣਾ ਲੜ ਛਿਜਣਾ, ਪੀੜੀ ਪਾਈ ਗੰਢ। ਉੱਥੇ ਲੜਕਾ ਲੜਕੀ ਦਾ ਵਿਆਹ ਹੋ ਰਿਹਾ, ਉਹ ਕਹਿੰਦੇ ਇਹਨਾਂ ਅੰਗੂ ਮੈਂ ਇਹਨਾਂ ਵਾਂਗੂ ਤੇਰੇ ਨਾਲ ਪੱਕੀ ਗੰਢ ਪਾਉਂਦਾ। ਜੇ ਜਾਣਾ ਲੜ ਛਿਜਣਾ ਫਰੀਦਾ, ਪੀੜੀ ਕਹਿੰਦੇ ਨੇ ਪੱਕੀ, ਪੀੜੀ ਪਾਈ ਗੰਢ। ਕਿਸੇ ਨੇ ਪੁੱਛਿਆ ਕਿਉਂ, ਸਵਾਲ ਪੁੱਛਿਆ ਵੀ ਕਿਉਂ, ਉਹਦੇ ਨਾਲ ਕਿਉਂ ਗੰਢ ਪਾਉਂਦਾ? ਹੋਰ ਕੋਈ ਨਹੀਂ ਹੈਗਾ, ਭੈਣ ਨਹੀਂ ਹੈ, ਭਰਾ ਨਹੀਂ ਹੈ। ਉਹ ਕਹਿੰਦਾ ਉਹ ਹੈਗੇ ਆ। ਉਹ ਕਹਿੰਦੇ ਫੇਰ ਤੈ ਜੇਵੜ ਮੈਂ ਨਾਹੇ ਕੋ, ਤੈ ਜੇਵੜ ਮੈਂ ਨਾਹੇ ਕੋ, ਸਭ ਜਗ ਡਿੱਠਾ ਹੰਡ। ਹੈਗੇ ਨੇ, ਉਹ ਵੀ ਹੈਗੇ ਨੇ, ਪਰ ਤੇਰੇ ਵਰਗੇ ਨਹੀਂ ਹੋ। ਮੈਂ ਸਾਰੀ ਦੁਨੀਆ ਹੰਢਾ ਕੇ ਦੇਖ ਲਈ। ਇਹਦੇ ਅਰਥ ਨੇ ਤੈ ਜੇਵੜ ਮੈਂ ਨਾਹੇ ਕੋ, ਪਰ ਤੇਰੇ ਵਰਗਾ ਕੋਈ ਨਹੀਂ। ਸਭ ਜਗ, ਸਾਰੀ ਦੁਨੀਆ, ਡਿੱਠਾ ਦੇ ਅਰਥ ਦੇਖਣਾ, ਹੰਡ ਹੰਢਾ ਕੇ। ਉਹ ਨਹੀਂ ਆਖਿਆ ਵੀ ਹੰਢਾਇਆ ਮੈਂ, ਉਹ ਕਹਿੰਦੇ ਸਾਰੀ ਦੁਨੀਆ। ਭਗਤ ਫਰੀਦ ਜੀ ਕਹਿੰਦੇ ਹੰਢਾ ਕੇ ਦੇਖ ਲਈ, ਤੇਰੇ ਜੈਸਾ ਕੋਈ ਨਹੀਂ, ਤਾਂ ਮੈਂ ਤੇਰੇ ਨਾਲ ਹੁਣ ਵਿਆਹ ਕਰਾਵਾਂਗਾ। ਜ਼ਿੰਦਗੀ ਜਿਹੜੀ ਆ ਨਾ, ਉਹ ਉਦੋਂ ਸਫਲ ਹੁੰਦੀ ਆ, ਮੌਤ ਤਾਂ ਆਊਗੀ, ਉਹਨੇ ਵਿਆਹ ਕੇ ਲੈ ਜਾਣਾ। ਉਦੋਂ ਪਹਿਲਾਂ ਤੁਹਾਡਾ ਗੁਰੂ ਨਾਲ ਵਿਆਹ ਹੋ ਜੇ। ਪਹਿਲੜੀ ਲਾਭ, ਦੂਜੜੀ ਲਾਭ, ਤੀਜੜੀ ਲਾਭ, ਚੌਥੜੀ ਲਾਭ, ਇਹਦੇ ਅਰਥ ਪੜ੍ਹਿਓ। ਰੱਬ ਨਾਲ ਵਿਆਹ ਦੱਸਿਆ ਇਹਦੇ ਵਿੱਚ।
ਪਹਿਲੜੀ ਲਾਭ ਦੇ ਵਿੱਚ ਸਹਿਜ ਆ ਗਿਆ, ਦੂਜੜੀ ਲਾਭ ਦੇ ਵਿੱਚ ਸਬਰ ਆ ਗਿਆ, ਤੀਜੜੀ ਲਾਭ 'ਚ ਵਿਰਾਗ ਆ ਗਿਆ, ਚੌਥੜੀ ਲਾਭ 'ਚ ਮੈਂ ਉਹਦੇ ਨਾਲ ਵਿਆਹੀ ਗਈ ਤੇ ਮੈਂ ਤਾਂ ਉਹ ਹੋ ਗਈ, ਉਹਦਾ ਰੂਪ ਹੋ ਗਈ। ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਲਾਵਾਂ ਦੇ ਅਰਥ ਸੰਸਾਰੀ ਨਹੀਂ ਹੈਗੇ, ਲਾਵਾਂ ਦੇ ਅਰਥ ਨੇ ਰੱਬ ਨਾਲ ਵਿਆਹ ਹੋਣਾ। ਉਹ ਲੜਕਾ ਲੜਕੀ ਨੂੰ ਦੱਸਿਆ ਜਾਂਦਾ ਹੈ ਕਿ ਹੁਣ ਤੁਸੀਂ ਸੰਸਾਰ ਦੇ ਬੰਧਨਾਂ 'ਚ ਪੈ ਗਏ ਹੋ, ਇੱਕ ਦੂਜੇ ਦੀ ਕਦਰ ਕਰਿਓ। ਕਦਰ ਉਦੋਂ ਕਰੋਗੇ ਜਦੋਂ ਗੁਰੂ ਦੀ ਕਦਰ ਕਰੋਗੇ। ਹੁਣ ਤੁਹਾਡੇ ਤੇ ਗੁਰਬਾਣੀ ਦੀ ਮੋਹਰ ਲੱਗ ਗਈ, ਤੁਸੀਂ ਘਰ ਵਾਲਾ ਘਰ ਵਾਲੀ ਹੋ ਗਏ। ਗੁਰਬਾਣੀ ਦੀ ਮੋਹਰ ਨਾ ਲੱਗੀ ਹੋਵੇ, ਤੁਹਾਨੂੰ ਘਰ ਵਾਲਾ ਘਰ ਵਾਲੀ ਕਿਸੇ ਨੇ ਨਹੀਂ ਮੰਨਣਾ। ਅਸੀਂ ਉਹਨੂੰ ਹੀ ਪਤੀ ਪਤਨੀ ਮੰਨਦੇ ਹਾਂ ਜਿਹਤੇ 4 ਲਾਵਾਂ ਦੀ ਮੋਹਰ ਲੱਗੀ ਹੁੰਦੀ ਆ, ਦੂਜਿਆਂ ਨੂੰ ਥੋੜ੍ਹੀ ਮੰਨਦੇ ਹਾਂ। ਉਹ ਰਹਿੰਦੇ ਨੇ, ਆਪਾਂ ਕਹਿੰਦੇ ਉਹ ਨਜਾਇਜ਼, ਜਾਇਜ਼ ਨਹੀਂ ਨਜਾਇਜ਼ ਰਿਸ਼ਤਾ ਉਹਨਾਂ ਦਾ, ਗਲਤ ਸੰਬੰਧ ਨੇ ਉਹਨਾਂ ਦੇ ਇੱਕ ਦੂਜੇ ਨਾਲ। ਜਾਇਜ਼ ਚੀਜ਼ ਉਦੋਂ ਬਣਦੀ ਆ ਜਦੋਂ ਗੁਰੂ ਦੀ ਮੋਹਰ ਲੱਗਦੀ ਆ। ਤਾਂ ਇਸ ਕਰਕੇ ਪਿਆਰਿਓ, ਮੌਤ ਆ ਕੇ ਸਾਨੂੰ ਵਿਆਹ ਕੇ ਲੈ ਕੇ ਜਾਵੇ, ਉਦੋਂ ਪਹਿਲਾਂ ਗੁਰੂ ਨਾਲ ਵਿਆਹ ਕਰ ਲਓ। ਜਪ ਮਨ ਸਤਨਾਮ ਸਦਾ ਸਤਨਾਮ। ਮੇਲ ਫੀਮੇਲ ਅਸੀਂ ਸਰੀਰਾਂ ਦੇ ਕਰਕੇ ਆ। ਜਿੰਦ ਇੱਕ ਪਤਨੀ ਹੋਈ ਆ, ਜਿੰਦ ਇੱਕ ਫੀਮੇਲ ਹੀ ਆ, ਰੱਬ ਇੱਕ ਮੇਲ ਹੈ। ਭਾਵ ਨੂੰ ਸੂਫੀਆਂ ਨੇ ਇੱਦਾਂ ਮੰਨਿਆ ਕਿ ਅਸੀਂ ਹਾਂ, ਭਾਵ ਕੁੜੀ ਸਾਡੀ ਜਿੰਦ ਜਿਹੜੀ ਆ ਉਹ ਕੁੜੀ ਹੋਈ ਆ, ਪਰਮਾਤਮਾ ਲਾੜਾ ਹੈ, ਉਹਦੇ ਨਾਲ ਵਿਆਹ ਕਰਾਓ। ਵਿਆਹ ਕਿਵੇਂ ਕਰਾਉਣਾ ਹੈ? ਉਹਨੂੰ ਜਪੋ, ਬਸ ਉਹਨੂੰ ਜਪਣਾ ਹੀ। ਜਪ ਮਨ ਸਤਨਾਮ ਸਦਾ ਸਤਨਾਮ। ਉਹਦੇ ਨਾਲ ਪਿਆਰ ਕਰਨਾ ਹੀ ਉਹਦੇ ਨਾਲ ਵਿਆਹ ਕਰਾਉਣਾ ਹੈ, ਉਹਦਾ ਨਾਮ ਜਪਣਾ ਹੀ ਉਹਦੇ ਨਾਲ ਵਿਆਹੇ ਜਾਣਾ ਹੈ। ਇਸ ਕਰਕੇ ਉਹਦਾ ਨਾਮ ਜਪਣਾ ਹੀ ਉਹਦੀਆਂ ਲਾਵਾਂ ਲੈਣੀਆਂ ਨੇ, ਉਹਦੇ ਨਾਲ ਫੇਰੇ ਲੈਣੇ ਨੇ, ਉਹਦੇ ਨਾਲ ਨਿਕਾਹ 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 ਪੜ੍ਹਨਾ ਹੈ। ਇੱਦਾਂ ਫਿਰ ਇਹ ਚੀਜ਼ਾਂ ਹੌਲੀ ਹੌਲੀ ਸੰਗਤ ਵਿੱਚੋਂ ਹੀ ਮਿਲਦੀਆਂ ਨੇ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਮੇਰੇ ਗੁਰੂ ਨੇ ਮੈਨੂੰ ਇਹ ਮੱਤ ਦਿੱਤੀ ਹੈ, ਬਸ ਜਪਣਾ ਹੀ ਆਈ ਜਾਣਾ ਬਾਣੀ ਵਿੱਚ। ਸਾਰੇ ਰੋਜ਼ ਹੀ ਆਪਾਂ ਨੂੰ ਇੱਕ ਗੱਲ ਕਿਉਂ ਕਹਿਣੀ ਪੈਂਦੀ ਆ ਵੀ ਅਸੀਂ ਬੰਦਗੀ ਕਰਨ ਲੱਗ ਜਾਈਏ। ਜਹ ਹਰ ਸਿਮਰਨ ਭਇਆ, ਜਿੱਥੇ ਸਿਮਰਨ ਆ ਗਿਆ ਤੇ ਉਪਾਦ ਗਤ ਕੀਨੀ। ਉਪਾਦ ਦੇ ਅਰਥ ਜਿਹੜੇ ਆਪਾਂ ਲੜਦੇ ਆ ਰੋਜ਼, ਕਲੇਸ਼ ਹੁੰਦੇ ਆ ਘਰਾਂ 'ਚ। ਜਿੱਥੇ ਸਿਮਰਨ ਆ ਗਿਆ ਕਲੇਸ਼ ਮੁੱਕ ਗਏ। ਪਰ ਵੱਡ ਭਾਗੀ ਹਰ ਜਪਣਾ, ਵੱਡੇ ਭਾਗਾਂ ਨਾਲ ਉਹ ਜਪਿਆ ਜਾਂਦਾ ਹੈ ਭਾਈ। ਤੇ ਇਹ ਕਿਸੇ ਕਿਸੇ ਦੇ ਹਿੱਸੇ ਆਈ ਆ ਇਹ ਗੱਲ, ਸਾਰਿਆਂ ਵਿੱਚ ਰੱਬ ਦੇਖਣਾ। ਭਾਈ ਨੰਦ ਲਾਲ ਸਾਹਿਬ ਜੀ ਦੀ ਗਜ਼ਲ ਆ ਇੱਕ ਬੜੀ ਪਿਆਰੀ। ਉਹ ਕਹਿੰਦੇ, ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਅਸਾਂ ਜਿੱਧਰ ਵੀ ਦੇਖਿਆ, ਭਾਵ ਮੈਂ ਸੱਜੇ ਦੇਖਿਆ, ਖੱਬੇ ਦੇਖਿਆ, ਉੱਪਰ ਦੇਖਿਆ, ਨੀਚੇ ਦੇਖਿਆ, ਕਿਸੇ ਵੱਲ ਵੀ ਤੱਕਿਆ, ਤੇਰੇ ਜਲਾਲ ਬਿਨਾ ਮੈਨੂੰ ਕੋਈ ਨਹੀਂ ਨਜ਼ਰ ਆਇਆ। ਮੈਂ ਜੇ ਪੰਛੀਆਂ ਵੱਲ ਤੱਕਿਆ, ਬੱਦਲਾਂ ਵੱਲ ਤੱਕਿਆ, ਸੂਰਜ ਦੀ ਟਿੱਕੀ ਵੱਲ ਝਾਕਿਆ, ਚੰਦਰਮਾ ਵੱਲ ਤੱਕਿਆ, ਲੋਕਾਂ ਵੱਲ ਦੇਖਿਆ, ਮੈਨੂੰ ਇਉਂ ਲੱਗਾ ਇਹ ਤਸਵੀਰਾਂ ਨੇ, ਇਹ ਰੰਗ ਤੇਰੇ ਭਰੇ ਨੇ, ਤੇਰੇ ਜਲਾਲ ਬਿਨਾ ਅਸਾਂ ਕੁਝ ਨਹੀਂ ਤੱਕਿਆ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਦੇ ਜੀਵਨ ਨੂੰ ਸੋਹਣਾ ਬਣਾਈਏ। ਵੱਡਿਆਂ ਦਾ ਸਤਿਕਾਰ ਕਰੀਏ, ਛੋਟਿਆਂ ਨਾਲ ਪਿਆਰ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਇਹੀ ਸਿੱਖਿਆ ਮਿਲਦੀ ਆ। ਬਸ ਥੋੜ੍ਹੇ 'ਚੋਂ ਥੋੜ੍ਹਾ ਸਮਾਂ ਕੱਢ ਕੇ, ਜੇ ਬਹੁਤਾ ਸਮਾਂ ਫ੍ਰੀ ਹੁੰਦੇ ਆ, ਬਹੁਤੇ 'ਚੋਂ ਬਹੁਤਾ ਕੱਢ ਕੇ ਬਸ ਉਹਨੂੰ ਯਾਦ ਕਰਿਆ ਕਰੀਏ। ਆਦਤਾਂ ਆਪੇ ਠੀਕ ਹੋ ਜਾਣ, ਬੁਰੀਆਂ ਆਦਤਾਂ ਆਪੇ ਠੀਕ ਹੋਣਗੀਆਂ। ਬਸ ਤੁਸੀਂ ਉਹਨੂੰ ਜਪੋ। ਤਾਂ ਆਓ ਆਪਾਂ ਵੀ ਯਤਨ ਕਰੀਏ, ਭੁੱਲ ਚੁੱਕ ਦੀ ਖਿਮਾ, ਇਕੱਠੇ ਹੋ ਕੇ ਇੱਕੋ ਸਾਰ, ਇੱਕੋ ਟੂਨ ਦੇ ਵਿੱਚ ਹੀ ਪਿਆਰੇ ਨਾਲ ਜੁੜਨ ਦਾ ਯਤਨ ਕਰੀਏ ਸੰਗਤ ਜੀ। ਵਾਹਿਗੁਰੂ।
ਵਾਹੇ ਗੁਰੂ 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 ਵਾਹੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤਹਿਰ